मुख्यमंत्री चरणजीत सिंह चन्नी ने ਜਿਹੜੇ ਵੱਡੇ फैसले की कल गल की सी ਉਹ ਅੱਜ कर दिता है। विस्तार च दसांगे ਕਿਹੜਾ ਵੱਡਾ फैसला है। प्रैस कॉन्फ्रेंस की शुरुआत की जिथे चलेगा चलूंगी नाल तेरे टिकटां दो लै लई। ਇਹਦਾ मतलब की सी ਇਹ ਤਾਂ चन्नी ही जानते हैं। करतारपुर साहिब के लांघे नूं अज पूरे 2 साल हो गए ने पर हाले भी लांघा मुड़ नहीं खोलिया गया। सारे अरदासां दुआवां जोधड़ियां कर रहे ने। नाल बह के भी प्रैस कॉन्फ्रेंस दे विच सिद्धू ने चन्नी नूं बोलां दे विच घेरा पा ही लिया। कोवैक्सीन दे टीके नाल जुड़ी किहड़ी वड्डी खबर है। बिक्रम मजीठिया ने किहड़े मुद्दिआं ते चरणजीत सिंह चन्नी नूं घेरिया। की नवजोत सिंह सिद्धू आम आदमी पार्टी विच जा सकदे ने। 26 नवंबर नूं किसानां दे दिल्ली मोर्चिਆਂ दे 1 साल पूरे हो जाणगे ते किसानां ने किहड़े वड्डे एक्शन ऐलान दित्ते ने। किसान हुण दिल्ली दे विच दाखल होणगे ट्रैक्टर ट्रालियां लैके। सत श्री अकाल जी। एमरजेंसी बुलेटिन देखने वाले सारे दर्शकों का स्वागत है। मैं हरशरण कौर। बुलेटिन दे विच खबरां दा विस्तार दसांगे। पहलां तुहानूं कल दी लोक राय दा नतीजा दस दिंदे हां। लोक राय सी कि सौदा साध पंजाब पुलिस के सवालों के भेद खोलूगा, सच बोलूगा। की लगता है तुहानूं? क्योंकि कल सिट ने उस तो पुछ पड़ताल की है। 9 घंटे लंबी पुछ पड़ताल हुई है। ਅਸੀਂ ਪੁੱਛਿਆ ਸੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪੁੱਛ ਪੜਤਾਲ ਦਾ ਕੇਸ ਨੂੰ ਕੋਈ ਫਾਇਦਾ ਹੋਊਗਾ, ਇਨਸਾਫ ਮਿਲੂਗਾ ਜਾਂ ਫਿਰ ਚੰਨੀ ਸਰਕਾਰ ਨੂੰ ਸਿਰਫ ਸਿਆਸੀ ਲਾਹਾ ਹੀ ਮਿਲੂਗਾ। ਫਾਇਦਾ ਮਿਲੂਗਾ ਇਹ ਸਿਰਫ 3% ਦਰਸ਼ਕਾਂ ਨੂੰ ਲੱਗਦਾ ਹੈ। 97% ਦਰਸ਼ਕਾਂ ਨੂੰ ਲੱਗਦਾ ਹੈ ਕਿ ਕੋਈ ਫਾਇਦਾ ਨਹੀਂ ਹੋਣ ਵਾਲਾ, ਚੋਣ ਸਟੰਟ ਹੈ। ਅੱਜ ਦੀ ਲੋਕ ਰਾਏ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 36000 ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕਰ ਦਿੱਤਾ ਹੈ। जबकि पंजाब विच ठेके ते हज़ारां नहीं बल्कि लखां की गिणती विच कच्चे मुलाजम ने। ਕੀ ਤੁਸੀਂ ਮੁੱਖ ਮੰਤਰੀ ਚੰਨੀ ਦੇ ਇਸ ਫੈਸਲੇ ਨੂੰ ਬਹੁਤ ਵੱਡਾ ਫੈਸਲਾ ਮੰਨਦੇ ਹੋ ਜਿਵੇਂ ਇਸ ਦਾ ਪ੍ਰਚਾਰ ਕੀਤਾ ਗਿਆ ਸੀ? ਜੇ ਮੰਨਦੇ ਹੋ ਯੈਸ ਜਾਂ ਹਾਂ ਲਿਖਿਓ, ਨਹੀਂ ਮੰਨਦੇ ਨੋ ਜਾਂ ਨਾ ਲਿਖਿਓ। ਖਬਰਾਂ ਵਿਸਤਾਰ ਦੇ ਨਾਲ। ਗੱਲ ਪਹਿਲਾਂ ਪੰਜਾਬ ਦੀ। 8 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਸੀ ਕਿ ਕੱਲ ਨੂੰ ਯਾਨੀ ਕਿ 9 ਨਵੰਬਰ ਨੂੰ ਮੈਂ ਪੰਜਾਬੀਆਂ ਨੂੰ ਇੱਕ ਵੱਡੀ ਖੁਸ਼ੀ ਦੇਣ ਜਾ ਰਿਹਾ, ਪੰਜਾਬੀਆਂ ਲਈ ਇੱਕ ਵੱਡਾ ਐਲਾਨ ਕਰਨ ਜਾ ਰਿਹਾ। ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋਈ ਜਿਸ ਦੇ ਵਿੱਚ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਊਗਾ। ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਮੌਜੂਦਾ ਸੈਸ਼ਨ ਚੱਲ ਰਿਹਾ ਹੈ 11 ਨਵੰਬਰ ਨੂੰ ਹੋਣਾ ਅਗਲਾ ਦਿਨ, ਉਹਦੇ ਵਿੱਚ ਇੱਕ ਬਿੱਲ ਲਿਆ ਕੇ ਇਸ ਫੈਸਲੇ ਦੀ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਘੱਟੋ ਘੱਟ ਮਜ਼ਦੂਰੀ ਵਧਾ ਕੇ 415 ਰੁਪਏ ਕਰ ਦਿੱਤੀ ਹੈ ਤੇ ਇਹ ਇਜ਼ਾਫਾ 1 ਮਾਰਚ 2020 ਤੋਂ ਲਾਗੂ ਮੰਨਿਆ ਜਾਵੇਗਾ। ਪੰਜਾਬ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਰੇਤੇ ਦਾ ਸਰਕਾਰੀ ਭਾਅ 5 ਰੁਪਏ 50 ਪੈਸੇ ਪ੍ਰਤੀ ਫੁੱਟ ਤੈਅ ਕਰ ਦਿੱਤਾ ਹੈ। ਹੁਣ ਪੰਜਾਬ ਦੇ ਵਿੱਚ ਹੁਣ ਖੱਡ ਦੇ ਵਿੱਚੋਂ 5 ਰੁਪਏ 50 ਪੈਸੇ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੂਗੀ। ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਜੇ ਕਿਸੇ ਨੇ ਮਹਿੰਗਾ ਰੇਤਾ ਵੇਚਿਆ ਤਾਂ ਕਾਰਵਾਈ ਕਰਾਂਗੇ। ਚੇਤਾਵਨੀ ਹੈ ਜਿਹੜੀ ਉਹ ਦੇ ਦਿੱਤੀ ਹੈ। ਚੰਨੀ ਨੇ ਇੱਟਾਂ ਵਾਲੇ ਭੱਠੇ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦਿੱਤੇ ਨੇ ਜਿਹਦੇ ਨਾਲ ਹੁਣ ਜ਼ਮੀਨ ਦਾ ਮਾਲਕ 3 ਫੁੱਟ ਤੱਕ ਰੇਤਾ ਕੱਢ ਸਕਦਾ ਹੈ। ਇਸ ਦੇ ਨਾਲ ਹੀ ਇੱਕ ਹੋਰ ਵੱਡੀ ਜਿਹੜੀ ਖਬਰ ਇਹ ਹੈ ਕਿ ਪੰਜਾਬ ਸਰਕਾਰ ਨੇ ਏਜੀ ਯਾਨੀ ਕਿ ਪੰਜਾਬ ਦੇ ਐਡਵੋਕੇਟ ਜਨਰਲ APS ਦਿਓਲ ਅਮਰਪ੍ਰੀਤ ਸਿੰਘ ਦਿਓਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਨਵੇਂ DGP ਦੀ ਪੈਨਲ ਤੋਂ ਬਾਅਦ ਨਿਯੁਕਤੀ ਹੋਵੇਗੀ ਤੇ ਨਵੇਂ AG ਦੀ ਨਿਯੁਕਤੀ ਵੀ ਜਲਦ ਕੀਤੀ ਜਾਵੇਗੀ ਤੇ ਇਹੀ ਸ਼ਾਇਦ ਕਾਰਨ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੀਟਿੰਗ ਦੇ ਵਿੱਚ ਇਕੱਠੇ ਨਜ਼ਰ ਆਏ ਤੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਖੁਸ਼। ਸਿੱਧੂ ਤਾਂ ਵਾਹਵਾ ਹੀ ਖਿੜਖਿੜਾਉਂਦੇ ਹੋਏ ਦਿਖਾਈ ਦੇ ਰਹੇ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਜੋ ਚਰਨਜੀਤ ਸਿੰਘ ਚੰਨੀ ਐਲਾਨ ਕਰ ਰਹੇ ਸੀ ਤਾਂ ਪਹਿਲਾਂ ਵਾਂਗੂ ਉਹਨਾਂ ਦਾ ਮੂੰਹ ਵੱਟਿਆ ਹੋਇਆ ਨਹੀਂ ਸੀ ਬਲਕਿ ਉਹ ਸੰਤੁਸ਼ਟ ਦਿਖਾਈ ਦੇ ਰਹੇ ਸੀ। 36000 EMPLOYEES ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਵਿੱਚ ਜਿਹੜੇ DC ਰੇਟ ਹੈ ਉਹ ਘੱਟ ਹੈ ਜਿਹਦੇ ਨਾਲ ਤਨਖਾਹਾਂ ਘੱਟ ਮਿਲ ਰਹੀਆਂ। ਪੰਜਾਬ ਸਰਕਾਰ ਨੇ ਇਕੱਲੇ ਸਰਕਾਰੀ ਕਰਮਚਾਰੀਆਂ ਦੇ ਨਹੀਂ ਪ੍ਰਾਈਵੇਟ ਦੇ ਵੀ ਮਿਨੀਮਮ ਵੇਜ ਹੈ ਜਿਹੜੇ ਉਹ ਵਧਾਉਣ ਦਾ ਫੈਸਲਾ ਕੀਤਾ ਹੈ ਤੇ 4 ਰੁਪਏ 415 ਰੁਪਏ 99 ਪੈਸੇ ਪੰਜਾਬ ਸਰਕਾਰ ਜਿਹੜਾ ਰੇਟ ਹੈ 1 ਮਾਰਚ 2020 ਤੋਂ ਪਿੱਛੇ ਤੋਂ ਵਧਾਉਣ ਜਾ ਰਹੀ ਹੈ। ਵਧਾ ਦਿੱਤੇ ਮਤਲਬ ਕੈਬਨਿਟ 'ਚ ਪਾਸ ਹੋ ਗਿਆ ਹੈ ਤੇ ਇਹਦੇ ਨਾਲ 1 ਮਾਰਚ ਤੋਂ ਲੈ ਕੇ ਅੱਜ ਤੱਕ ਦੇ DC ਰੇਟ ਮਿਨੀਮਮ ਵੇਜ ਹੈ ਜਿਹੜੇ ਉਹਦੇ ਬਕਾਏ ਵੀ ਮਿਲਣਗੇ ਤੇ ਅੱਗੇ ਨੂੰ ਵੀ ਜਿਹੜਾ 415 ਰੁਪਈਆ ਰੇਟ ਹੈ ਮਿਨੀਮਮ ਵੇਜ ਹੈ ਉਹ ਵੱਧ ਜਾਏਗਾ। ਬਿਲਕੁਲ ਸਿੱਧਾ ਕਰਤਾ ਕੰਮ। ਤੁਸੀਂ ਕਿਸੇ ਦਰਿਆ ਦੇ ਚਲੇ ਜਾਓ ਅੱਜ 9 ਰੁਪਏ ਰੇਟਾ ਮਿਲ ਰਿਹਾ ਲੇਕਿਨ ਇਹ ਵੀ ਮਹਿੰਗਾ ਹੈ। ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹਰ ਦਰਿਆ
ਜਾਂ ਖੱਡ ਤੇ ਰੇਤੇ ਦਾ ਰੇਟ 5 ਰੁਪਏ 50 ਪੈਸੇ ਹੋਏਗਾ। ਅੱਜ ਕੋਈ ਪੰਜਾਬ ਦਾ ਬੰਦਾ ਹੱਥ ਖੜਾ ਕਰਕੇ ਕਹਦੇ ਕਿ ਦਰਿਆ ਤੇ 9 ਰੁਪਏ ਨਹੀਂ ਵਿਕਦਾ ਤਾਂ ਮੈਂ ਜ਼ਿੰਮੇਵਾਰ। ਅੱਜ ਅਸੀਂ ਇਹ ਫੈਸਲਾ ਕਰ ਲਿਆ ਕਿ ਭੱਠਿਆਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦੇਣਾ। ਨਵਜੋਤ ਸਿੰਘ ਸਿੱਧੂ ਨੇ ਵੀ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਸੀਐਮ ਨੇ ਪਹਿਲੀ ਪੌੜੀ ਚੜੀ ਹੈ, ਪਹਿਲੀ ਵਾਰੀ ਰੇਤੇ ਦਾ ਰੇਟ ਫਿਕਸ ਕੀਤਾ ਗਿਆ ਹੈ। ਹਾਲਾਂਕਿ ਮੈਂ ਕਹਿੰਦੇ ਇਹਨੂੰ ਹੋਰ ਅੱਗੇ ਲਿਜਾਣਾ ਚਾਹੁੰਦਾ ਸੀ। ਮੈਂ ਪਹਿਲਾਂ ਵੀ ਕਿਹਾ ਸੀ ਰੇਤ ਮਾਫੀਆ ਨਹੀਂ, ਟਰਾਂਸਪੋਰਟ ਮਾਫੀਆ, ਕਿਉਂਕਿ ਰੇਤ ਬੁੱਕਾਂ ਦੇ ਵਿੱਚ ਜਾ ਹੀ ਨਹੀਂ ਸਕਦੀ। ਇਸ ਲਈ ਜੇ ਰੇਤਾ ਸਰਕਾਰੀ ਟਰੱਕਾਂ ਵਿੱਚ ਜਾਵੇਗੀ ਤਾਂ ਉਹ ਸਰਕਾਰੀ ਟਰੱਕ ਝੱਟ ਪਛਾਣਿਆ ਜਾਊਗਾ। ਨਜਾਇਜ਼ ਰੇਤ ਵਾਲੇ ਟਰੱਕਾਂ ਦੀ ਚੈਕਿੰਗ ਕੀਤੀ ਜਾਵੇਗੀ। ਮੈਨੂੰ ਦੱਸਿਆ ਜਾਵੇ ਕਿ 7 ਸਾਲਾਂ ਵਿੱਚ ਕਿੱਥੇ ਕਿੰਨੇ ਕੁ ਟਰੱਕ ਬਾਉਂਡ ਹੋਏ ਨੇ। ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ, ਰੇਤੇ ਦੀ ਲੜਾਈ ਵੀ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ। ਯਾਨੀ ਕਿ ਸਿੱਧੂ ਨੇ ਜੋ ਬੋਲਿਆ ਉਹਨਾਂ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਉਹ ਚੰਨੀ ਸਰਕਾਰ ਦੀ ਤਾਰੀਫ ਵੀ ਕਰ ਗਏ, ਪਰ ਨਾਲ ਉਹਨਾਂ ਨੂੰ ਜਿਹੜਾ ਹੈਗਾ ਰਗੜਾ ਵੀ ਲਾ ਗਏ ਨੇ। ਇੱਕ ਐਸਾ ਇਤਿਹਾਸ ਰਚਿਆ ਕਿ ਪਹਿਲੀ ਵਾਰ ਅੱਜ ਇਹ ਹੋਇਆ ਕਿ ਜੀ ਰੇਤੇ ਦਾ ਰੇਟ ਫਿਕਸ ਹੋਊਗਾ। ਹਾਲਾਂਕਿ ਮੈਂ ਇਹਨੂੰ ਬਹੁਤ ਅੱਗੇ ਲਿਜਾਣਾ ਚਾਹੁੰਦਾ। ਸਵਾਲ ਇਹ ਹੈ ਕਿ ਮਹਾਰਾਜ ਪਾਪੀ ਨਹੀਂ ਮਾਰਨੇ, ਪਾਪ ਮਾਰਨਾ। ਇੱਕ ਸਿਸਟਮ ਐਸਾ ਹੈ ਜਿਹੜਾ ਕਹਿੰਦਾ ਆ ਹੁਣ ਮੇਰੇ ਨਾਲ ਰਲ, ਜਦੋਂ ਤੂੰ ਚੋਰ ਹੋ ਗਿਆ ਤੇ ਤੈਨੂੰ ਨਾਲ ਰਲਾਵਾਂ। ਸੁਣੋ ਮੈਂ ਮੇਰੀ ਗੱਲ ਪੂਰੀ ਕਰਨੇ ਮਿੱਤਰਾ, ਪੂਰੀ ਕਰਨੇ। ਸਿਸਟਮ ਜਦੋਂ ਉਹ ਹੋਇਆ ਸਟੇਟ ਓਨਡ, ਚਾਹੇ ਸ਼ਰਾਬ ਹੋਵੇ ਤੇ ਚਾਹੇ ਰੇਤਾ ਹੋਵੇ, ਕਿਸੇ ਦਾ ਵਸ ਹੀ ਨਹੀਂ ਚੱਲਣਾ, ਕਿਉਂਕਿ ਉਹ ਸੂਬੇ ਦਾ। ਫਿਰ ਸ਼ਰਾਬ ਦੀ ਬੋਤਲ ਵੀ ਜੇ ਅੱਧਾ ਕਿਲੋਮੀਟਰ ਤੁਰੀ ਤੇ ਪਤਾ ਲੱਗੂ ਉੱਤੇ ਚਿੱਪ ਲੱਗੀ ਹੋਊ, ਇਹ ਨਹੀਂ ਹੈ। 9 ਨਵੰਬਰ 2019 ਦਾ ਉਹ ਦਿਨ ਸੀ ਜਦੋਂ ਭਾਰਤ ਤੇ ਪਾਕਿਸਤਾਨ ਦੋ ਮੁਲਕਾਂ ਦੇ ਵਿਚਾਲੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਤੇ ਉਸ ਲਾਂਘੇ ਖੁੱਲੇ ਨੂੰ 2 ਸਾਲ ਹੋ ਗਏ ਨੇ ਤੇ 2 ਸਾਲਾਂ ਬਾਅਦ ਲਾਂਘਾ ਬੰਦ ਪਿਆ। ਜਦੋਂ ਪਹਿਲੀ ਵਰ੍ਹੇਗੰਢ ਸੀ ਉਦੋਂ ਵੀ ਲਾਂਘਾ ਬੰਦ ਪਿਆ ਸੀ। ਕਰੋਨਾ ਕਰਕੇ ਲਾਂਘਾ ਬੰਦ ਕੀਤਾ ਗਿਆ ਸੀ, ਪਰ ਹਾਲੇ ਤੱਕ ਮੁੜ ਨਹੀਂ ਖੋਲਿਆ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਖੁੱਲਣ ਨੂੰ 2 ਸਾਲ ਦਾ ਸਮਾਂ ਪੂਰਾ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੋਰੀਡੋਰ ਮੋੜ ਤੋਂ ਖੋਲਿਆ ਜਾਵੇ। ਉਹਨਾਂ ਨੇ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ, ਮੋਦੀ ਨੂੰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 2 ਪੰਨਿਆਂ ਦੀ ਅਪੀਲ ਵਿੱਚ ਚੰਨੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੋਲ ਦਿੱਤਾ ਜਾਵੇ ਤਾਂ ਕਿ ਸਿੱਖ ਸੰਗਤ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਉਹਨਾਂ ਦੇ ਜਨਮ ਸਥਾਨ ਨਨਕਾਣਾ ਸਾਹਿਬ ਜਾ ਸਕੇ। ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੈਬਨਿਟ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਗਏ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਇੱਥੇ ਉਹਨਾਂ ਨੇ ਅਰਦਾਸ ਕੀਤੀ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਮੁੜ ਤਾਂਘ ਹੈ ਜਿਹੜੀ ਉਹ ਜਤਾਈ ਅਤੇ ਨਾਲ ਹੀ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੈਂ ਚਿੱਠੀ ਵੀ ਲਿਖਾਂਗਾ ਤੇ ਮੈਂ ਅਪੀਲ ਵੀ ਕਰਦਾ ਹਾਂ ਕਿ ਲਾਂਘਾ ਜਲਦ ਤੋਂ ਜਲਦ ਖੋਲਿਆ ਜਾਵੇ ਤੇ ਜਿੰਨਾ ਚਿਰ ਲਾਂਘਾ ਨਹੀਂ ਖੋਲਿਆ ਜਾਂਦਾ ਇੱਥੇ ਦਰਸ਼ਨੀ ਸਥਲ ਪਹਿਲਾਂ ਵਾਂਗੂ ਬਣਵਾਇਆ ਜਾਵੇ ਅਤੇ ਇੱਥੇ ਦੂਰਬੀਨਾਂ ਨੇ ਜਿਹੜੀਆਂ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਪਹਿਲਾਂ ਪ੍ਰਬੰਧ ਹੁੰਦਾ ਸੀ। ਔਰ ਇਹ ਅਰਦਾਸ ਇਸੇ ਕਰਕੇ ਕੀਤੀ ਹੈ, 2 ਹੀ ਸਵੇਰੇ ਜਿਹੜੀ ਮੈਂ ਅਰਦਾਸ ਵੀ ਕੀਤੀ ਹੈ ਉਹ ਇੱਕੋ ਹੀ ਮਤਲਬ ਗੱਲ ਹੀ ਇਹ ਹੈ ਕਿ ਤੇਰੀ ਮਿਹਰ ਨਾਲ ਖੁੱਲਿਆ ਸੀ, ਮਿਹਰ ਕਰ ਬਾਬਾ ਇਹ ਲਾਂਘਾ ਖੋਲ। ਕੇਂਦਰ ਨੇ ਬੰਦ ਕੀਤਾ। ਮੈਂ ਕਿਹਾ ਫਿਰ ਦੇਖੋ ਉਸ ਸੁਪਰੀਮ ਪ੍ਰੋਵਾਈਡਿੰਗ ਤਾਕਤ ਦੇ ਅੱਗੇ ਕਿਹੜਾ ਕੇਂਦਰ, ਸਾਡਾ ਤਾਂ ਸਾਰਾ ਕੇਂਦਰ ਬਿੰਦੂ ਹੀ ਉਹ ਹੈ। ਤੇ ਪਹਿਲਾਂ ਕਿਸੇ ਨੇ ਰੋਕ ਲਿਆ ਤੇ ਸਾਰਿਆਂ ਨੇ ਆ ਕੇ ਉਸੇ ਨੂੰ ਨਮਨ ਕਰਕੇ ਖੋਲਿਆ ਨਾ, ਅਰਦਾਸਾਂ ਕਬੂਲ ਹੋਈਆਂ ਨਾ, ਤੇ ਅੱਜ ਵੀ ਉਹਦੀ ਮਿਹਰ ਮੰਗਦਾ ਮੈਂ। ਇਸ ਮੌਕੇ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤੰਜ ਭਰੇ ਅੰਦਾਜ਼ ਦੇ ਵਿੱਚ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਸਿੱਧੂ ਨੂੰ ਕਹਿਣ ਕਿ ਉਹ ਆਪਣੇ ਯਾਰ ਬਾਜਵੇ ਦੇ ਨਾਲ ਗੱਲ ਕਰ ਲਵੇ, ਪਾਕਿਸਤਾਨ ਦੇ ਵਿੱਚ ਬਾਜਵਾ ਦੇ ਨਾਲ ਗੱਲ ਕਰ ਲਵੇ, ਜਿਨ੍ਹਾਂ ਦੇ ਨਾਲ ਜੱਫੀ ਪਾ ਕੇ ਉਹਨਾਂ ਨੇ ਲਾਂਘਾ ਖੁਲਵਾਇਆ ਸੀ ਤੇ ਲਾਂਘਾ ਛੇਤੀ ਤੋਂ ਛੇਤੀ ਖੁਲਵਾਇਆ ਜਾਵੇ। ਦੇਖੋ ਮੇਰੀ ਅੱਜ ਕਾਂਗਰਸ ਨੂੰ ਬੇਨਤੀ ਹੈ ਕਿ ਤੁਹਾਡੇ ਪ੍ਰਧਾਨ ਦੀ ਠੋਕੋ ਤਾਲੀ ਦੀ ਉੱਥੇ ISI ਬਾਜਵੇ ਨਾਲ ਬੜਾ ਪਿਆਰ ਹੈ, ਇਹ ਉਧਰ ਗੱਲ ਕਰ ਲਵੇ ਤੇ ਸਰਕਾਰ ਇੱਧਰ ਗੱਲ ਕਰ ਲਵੇ, ਚੰਨੀ ਇੱਧਰ ਆਪਣਾ ਮੋਦੀ ਸਾਹਿਬ ਨਾਲ, ਤੇ ਗੱਲ ਮਸਲਾ ਹੱਲ ਹੋ ਜਾਏ ਗੁਰਸਿੱਖਾਂ ਦਾ। ਕਿਉਂਕਿ ਆਪਾਂ ਨੂੰ ਗੱਲ ਦੀ ਤਾਂ ਸਮਝ ਹੀ ਹੈ ਕੌਣ ISI ਤੋਂ ਕਿਹੜਾ ਕੰਮ ਮਸਲਾ ਹੱਲ ਕਰਾ ਸਕਦਾ। ਮਸਲਾ ਤਾਂ ਅਖੀਰ 'ਚ ਇੰਨਾ ਕਿ ਲਾਂਘਾ ਖੋਲਣਾ ਚਾਹੀਦਾ ਪੰਜਾਬੀਆਂ ਦਾ ਤਾਂ, ਜਾਂ ਗੁਰੂ ਨਾਨਕ ਨਾਮ ਲੇਵਾ ਦਾ ਤਾਂ ਇਹ ਆ ਤਰੀਕਾ, ਇਹੀ ਵਰਤ ਸਕਦੇ ਦੋਵੇਂ।
ਸੋ ਇੱਕ ਪਾਸੇ ਪੰਜਾਬ ਦੀ ਲੀਡਰਸ਼ਿਪ ਜਿੱਥੇ ਕਰਤਾਰਪੁਰ ਸਾਹਿਬ ਦਾ ਲਾਂਘਾ ਮੋੜ ਖੋਲਣ ਦੀ ਮੰਗ ਕਰ ਰਹੀ ਸੀ ਤਾਂ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਕਹਾਉਂਦੀ ਹੈ ਉਹ ਸਾਲਾਸਰ ਧਾਮ ਪਹੁੰਚੀ ਹੋਈ ਸੀ। ਉੱਥੇ ਜਾ ਕੇ ਸੁਖਬੀਰ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈਗੇ ਨੇ ਉਹਨਾਂ ਨੇ ਬਜਰੰਗ ਬਲੀ ਦੇ ਦਰਬਾਰ ਮੱਥਾ ਟੇਕਿਆ। ਸਾਲਾਸਰ ਧਾਮ ਮਹਾਦੇਵ ਵੀ ਗਏ ਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਦੋਂ ਪੰਜਾਬ ਦੇ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣ ਜਾਵੇਗੀ ਤਾਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਜਿਹੜੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ ਉਹ ਅਸੀਂ ਮੁੜ ਸ਼ੁਰੂ ਕਰਾਂਗੇ। ਕਹਿੰਦੇ ਸਾਲਾਸਰ ਜਿਹੜਾ ਪਵਿੱਤਰ ਧਾਮ ਹੈਗਾ ਉਹਦੇ ਸਮੇਤ ਹੋਰ ਸਥਾਨਾਂ ਦੇ ਅਸੀਂ ਲੋਕਾਂ ਨੂੰ ਮੁਫਤ ਦਰਸ਼ਨ ਕਰਵਾਉਣ ਦੀ ਜਿਹੜੀ ਲੜੀ ਹੈਗੀ ਹੈ ਉਸ ਨੂੰ ਮੁੜ ਸ਼ੁਰੂ ਕਰਾਂਗੇ। ਪਰਮਾਤਮਾ ਮਿਹਰ ਕਰੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬੀਐਸਪੀ ਦੀ ਬਣੇ ਤੇ ਜਿਵੇਂ ਪਿਛਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਸੀ। ਹਰ ਮਹੀਨੇ ਟ੍ਰੇਨ ਜਾਂ ਬੱਸ ਜਿੱਥੇ ਹਰ ਧਰਮ ਦੇ ਆਪਣੇ ਪਵਿੱਤਰ ਸਥਾਨ ਹੈ ਉੱਥੇ ਮੁਫਤ ਅਸੀਂ ਟ੍ਰੇਨਾਂ ਭੇਜੀਆਂ ਸੀ। ਸੋ ਅਸੀਂ ਫੈਸਲਾ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਆਪਣੇ ਬਜ਼ੁਰਗ ਹੈ ਗਰੀਬ ਹੈ ਵਿਚਾਰੇ ਆਪਣੇ ਧਰਮ ਸਥਾਨਾਂ ਤੇ ਆਪਣੇ ਆਪਣਾ ਮੱਥਾ ਟੇਕਣ ਜਾ ਨਹੀਂ ਸਕਦੇ, ਉਹਨਾਂ ਕੋਲ ਵਿਚਾਰਿਆਂ ਕੋਲ ਸਾਧਨ ਨਹੀਂ। ਸੋ ਜਿਵੇਂ ਹੁਣ ਆਪਣੀ ਸਰਕਾਰ ਆਏਗੀ ਤੇ ਫਿਰ ਤੋਂ ਹਰ ਸ਼ਹਿਰ ਤੋਂ ਆ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਜਾਊਗੀ ਪਵਿੱਤਰ ਸਥਾਨਾਂ ਲਈ ਸੋ that ਆਮ ਜਨਤਾ ਆਮ ਗਰੀਬ ਜੋ ਜਿਨ੍ਹਾਂ ਕੋਲ ਸਾਧਨ ਨਹੀਂ ਉਹ ਸਰਕਾਰ ਦੇ ਸਹਿਯੋਗ ਨਾਲ ਉੱਥੇ ਆਪਣੇ ਇੱਛਾ ਪੂਰੀ ਕਰ ਸਕਣ, ਪ੍ਰਮਾਤਮਾ ਦਾ ਆਸ਼ੀਰਵਾਦ ਲੈ ਸਕਣ। ਸੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਰਾਜਸਥਾਨ ਦੇ ਸਾਲਾਸਰ ਧਾਮ ਪਹੁੰਚੇ ਹੋਏ ਸੀ ਉੱਥੇ ਹੀ ਉਹਨਾਂ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਕਰਤਾਰਪੁਰ ਸਾਹਿਬ ਲਾਂਘਾ ਨਾ ਖੋਲਣ ਦੀ ਚਿੰਤਾ ਸਤਾ ਰਹੀ ਹੈ। ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਨਾਲ ਹੀ ਵਿਦੇਸ਼ ਮੰਤਰਾਲੇ ਨੂੰ ਵੀ ਚਿੱਠੀ ਭੇਜੀ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਬੇਨਤੀ ਕੀਤੀ ਹੈ। ਹਰਸਿਮਰਤ ਨੇ ਕਿਹਾ ਹੈ ਕਿ ਹੁਣ ਤਾਂ ਕੋਵਿਡ ਦੇ ਹਾਲਾਤਾਂ ਵਿੱਚ ਪੂਰਾ ਸੁਧਾਰ ਹੋ ਗਿਆ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਤੋਂ ਖੋਲ੍ਹਿਆ ਜਾਣਾ ਚਾਹੀਦਾ ਹੈ ਅਤੇ ਸਿੱਖ ਸੰਗਤ ਨੂੰ ਇਹ ਖੁਸ਼ੀ ਜਿਹੜੀ ਮੁੜ ਤੋਂ ਦੇਣੀ ਚਾਹੀਦੀ ਹੈ। ਨਾਲ ਹੀ ਬੀਬਾ ਬਾਦਲ ਨੇ ਇਸ ਚਿੱਠੀ ਦੇ ਵਿੱਚ ਅਕਾਲੀ ਦਲ ਦੀ ਤਾਰੀਫ ਵੀ ਰੱਜ ਕੇ ਕੀਤੀ ਅਤੇ ਇਹ ਦਾਅਵਾ ਕੀਤਾ ਕਿ 1948 ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਮੰਗ ਹੈ ਜਿਹੜੀ ਉਹ ਚੁੱਕੀ ਸੀ ਕਿ ਭਾਰਤ ਅਤੇ ਪਾਕਿਸਤਾਨ ਨੂੰ ਇਲਾਕਿਆਂ ਦੀ ਅਦਲਾ ਬਦਲੀ ਕਰਨੀ ਚਾਹੀਦੀ ਹੈ ਤੇ ਕਰਤਾਰਪੁਰ ਸਾਹਿਬ ਨੂੰ ਭਾਰਤ ਦੀ ਮੁੱਖ ਭੂਮੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਰਿਟਾਇਰਮੈਂਟ ਤੋਂ ਬਾਅਦ ਮੁੜ ਨਿਯੁਕਤ ਕੀਤੇ ਗਏ ਮੁਲਾਜ਼ਮਾਂ ਤੇ ਅਫਸਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ। ਤੁਰੰਤ ਪ੍ਰਭਾਵ ਦੇ ਨਾਲ ਇਹ ਫੈਸਲਾ ਲਾਗੂ ਕਰ ਦਿੱਤਾ ਗਿਆ। ਸੇਵਾ ਮੁਕਤੀ ਤੋਂ ਬਾਅਦ ਮੁੜ ਕੰਮ ਕਰਨ ਵਾਲਿਆਂ ਵਿੱਚ ਭਾਵੇਂ ਅਧਿਕਾਰੀ ਹੋਣ ਜਾਂ ਫਿਰ ਕਰਮਚਾਰੀ ਹੋਣ ਅਫਸਰ ਹੋਣ ਉਹਨਾਂ ਸਾਰਿਆਂ ਦੀਆਂ ਸੇਵਾਵਾਂ ਹੁਣ ਪੰਜਾਬ ਦੇ ਵਿੱਚ ਰੱਦ ਹੋਣਗੀਆਂ ਸਿਵਾਏ ਜਿਹੜਾ ਲਾਅ ਆਫਿਸਰ ਹੈਗੇ ਨੇ ਜਿਹੜੇ ਮੁੜ ਤੋਂ ਤਾਇਨਾਤ ਕੀਤੇ ਗਏ ਨੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਵਿਭਾਗਾਂ ਦੇ ਉੱਤੇ ਇਹ ਜਿਹੜਾ ਫੈਸਲਾ ਲਾਗੂ ਹੋਵੇਗਾ ਭਾਵੇਂ ਉਹ ਠੇਕੇ ਤੇ ਜਿਹੜਾ ਹੈਗਾ ਮੁੜ ਨਿਯੁਕਤ ਕੀਤਾ ਹੋਵੇ ਜਾਂ ਫਿਰ ਕਿਸੇ ਹੋਰ ਆਧਾਰ ਤੇ ਨਿਯੁਕਤੀ ਹੋਈ ਹੋਵੇ ਸਾਰੀਆਂ ਨਿਯੁਕਤੀਆਂ ਹੁਣ ਰੱਦ ਹੋਣਗੀਆਂ ਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਜ਼ਰੂਰ ਮਿਲੇਗਾ ਪਰ ਤਾਂ ਮਿਲੇਗਾ ਜੇ ਸਰਕਾਰ ਅਸਾਮੀਆਂ ਕੱਢੂਗੀ ਜੇ ਸਰਕਾਰ ਉਹਨਾਂ ਅਸਾਮੀਆਂ ਤੇ ਨਵੇਂ ਨੌਜਵਾਨਾਂ ਨੂੰ ਨਵਿਆਂ ਨੂੰ ਭਰਤੀ ਕਰੂਗੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਦੇ ਵਿੱਚ ਸਬ ਜੂਨੀਅਰ ਅਤੇ ਕੈਡੇਟ ਜੂਡੋ ਨੈਸ਼ਨਲ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਅਤੇ ਇਸ ਖੇਡ ਨੂੰ ਪ੍ਰਫੁੱਲਿਤ ਕਰਨ ਦੇ ਲਈ ਜੂਡੋ ਐਸੋਸੀਏਸ਼ਨ ਜਿਹੜੀ ਪੰਜਾਬ ਦੀ ਹੈ ਉਸ ਨੂੰ 20 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਹੁਣ ਗੱਲ ਕਰਾਂਗੇ ਕਿਸਾਨਾਂ ਦੀ। ਅੰਨਦਾਤਾ ਦੇ ਦਿੱਲੀ ਮੋਰਚਿਆਂ ਨੂੰ ਆਉਂਦੀ 26 ਨਵੰਬਰ ਨੂੰ ਪੂਰੇ 1 ਸਾਲ ਹੋ ਜਾਣਗੇ। ਉਸ ਨੂੰ ਲੈ ਕੇ ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਖਾਸ ਬੈਠਕ ਹੋਈ। ਕਈ ਘੰਟੇ ਸਿੰਘੂ ਬਾਰਡਰ ਤੇ ਇਹ ਬੈਠਕ ਚੱਲੀ ਹੈ। ਵਾਈਟ ਹਾਊਸ ਦੇ ਵਿੱਚ ਜਿਹੜਾ ਕਿਸਾਨਾਂ ਦਾ ਵਾਈਟ ਹਾਊਸ ਇੱਥੇ ਬਣ ਗਿਆ ਹੈ ਜਿਹੜਾ ਕਿਹਾ ਜਾਣ ਲੱਗਿਆ। ਹਾਲਾਂਕਿ ਵਾਈਟ ਹਾਊਸ ਵਰਗੀ ਨਾ ਤਾਂ ਬਾਹਰੀ ਦਿੱਖ ਹੈਗੀ ਹੈ ਨਾ ਅੰਦਰੂਨੀ ਹਾਲਾਤ ਨੇ ਪਰ ਇੱਥੇ ਨਾਮ ਜ਼ਰੂਰ ਟਿਕ ਗਿਆ ਵਾਈਟ ਹਾਊਸ ਦਾ। ਸੋ ਫੈਸਲੇ ਲਏ ਗਏ ਨੇ ਦਿੱਲੀ ਮੋਰਚੇ ਵਿੱਚ ਹੋਈ ਮੀਟਿੰਗ ਦੇ ਵਿੱਚ 26 ਨਵੰਬਰ ਨੂੰ ਇਤਿਹਾਸਿਕ ਕਿਸਾਨੀ ਸੰਘਰਸ਼ ਦਾ 1 ਸਾਲ ਪੂਰਾ ਹੋਣ ਤੇ ਖਾਸ ਪ੍ਰੋਗਰਾਮ ਨੇ ਜਿਹੜੇ ਉਹ ਕਰਵਾਏ ਜਾਣਗੇ। 26 ਨਵੰਬਰ ਨੂੰ ਸੰਵਿਧਾਨ ਦਿਵਸ ਵੀ ਹੈ। ਇਸੇ ਦਿਨ 1949 ਦੇ ਵਿੱਚ ਸੰਵਿਧਾਨ ਸਭਾ ਨੇ ਸੰਵਿਧਾਨ ਬਣਾਇਆ ਸੀ। 26 ਨਵੰਬਰ ਨੂੰ ਪਿਛਲੇ ਸਾਲ ਮਜ਼ਦੂਰ ਵਰਗ ਵੱਲੋਂ ਕਰਵਾਈ ਗਈ ਅਖਿਲ ਭਾਰਤੀ ਹੜਤਾਲ ਦਾ 1 ਸਾਲ ਵੀ ਪੂਰਾ ਹੋ ਗਿਆ ਹੈ। ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ 26 ਨਵੰਬਰ ਨੂੰ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ ਤੇ ਰਾਜਸਥਾਨ ਤੋਂ ਦਿੱਲੀ ਦੇ ਸਾਰੇ ਮੋਰਚਿਆਂ ਦੇ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਹੋਵੇਗਾ। ਵੱਡੀਆਂ ਸਭਾਵਾਂ ਨੇ ਜਿਹੜੀਆਂ ਉਹ ਹੋਣਗੀਆਂ ਯਾਨੀ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਦਿੱਲੀ ਮੋਰਚਿਆਂ ਤੇ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਣਗੇ।
29 ਨਵੰਬਰ ਤੋਂ ਦਿੱਲੀ ਦੇ ਵਿੱਚ ਸੰਸਦ ਦਾ ਵਿੰਟਰ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ ਮੋਰਚੇ ਨੇ ਫੈਸਲਾ ਲਿਆ ਕਿ 29 ਨਵੰਬਰ ਤੋਂ ਸੰਸਦ ਦੇ ਸੈਸ਼ਨ ਦੇ ਅੰਤ ਤੱਕ 500 ਕਿਸਾਨ ਟਰੈਕਟਰ ਟਰਾਲੀਆਂ ਤੇ ਹਰ ਰੋਜ਼ ਸ਼ਾਂਤਮਈ ਤੇ ਪੂਰੇ ਅਨੁਸ਼ਾਸਨ ਦੇ ਨਾਲ ਸੰਸਦ ਜਾਣਗੇ, ਯਾਨੀ ਕਿ ਦਿੱਲੀ ਦੇ ਵਿੱਚ ਦਾਖਲ ਹੋਇਆ ਕਰਨਗੇ ਕਿਸਾਨ। ਜਿਵੇਂ ਪਿਛਲੀ ਵਾਰੀ ਜਦੋਂ ਸੈਸ਼ਨ ਹੋਇਆ ਸੀਗਾ ਤਾਂ ਉਦੋਂ ਕਿਸਾਨ ਜਾ ਕੇ ਮੂਹਰੇ ਪੈਰਲਲ ਸੰਸਦ ਲਾਈ ਸੀ ਉਹਨਾਂ ਨੇ ਤੇ ਬਹੁਤ ਹੀ ਸਫਲਤਾਪੂਰਵਕ ਉਹ ਸੰਸਦ ਰਹੀ ਸੀ ਕਿਸਾਨਾਂ ਦੀ। ਤੇ ਹੁਣ ਵੀ ਕਿਸਾਨ ਨੇ ਜਿਹੜੇ, ਹੁਣ ਫਰਕ ਇਹ ਹੈ ਕਿ ਟਰੈਕਟਰ ਟਰਾਲੀਆਂ ਦੇ ਨਾਲ ਕਿਸਾਨ ਜਾਣਗੇ ਸੰਸਦ ਵੱਲ। ਕਿਸਾਨਾਂ ਨੇ ਇਹ ਵੀ ਫੈਸਲਾ ਲਿਆ ਕਿ 28 ਨਵੰਬਰ ਨੂੰ ਮੁੰਬਈ ਦੇ ਆਜ਼ਾਦ ਮੈਦਾਨ ਦੇ ਵਿੱਚ ਇੱਕ ਵੱਡੀ ਕਿਸਾਨ ਮਜ਼ਦੂਰ ਮਹਾਪੰਚਾਇਤ ਕਰਵਾਈ ਜਾਵੇਗੀ। ਇਸ ਵਿੱਚ ਮਹਾਰਾਸ਼ਟਰ ਦੇ 100 ਤੋਂ ਵੱਧ ਜਿਹੜੇ ਜਥੇਬੰਦੀਆਂ ਨੇ ਉਹ ਇਕੱਠੀਆਂ ਹੋਣਗੀਆਂ। 28 ਨਵੰਬਰ ਦਾ ਦਿਨ ਮਹਾਨ ਸਮਾਜ ਸੁਧਾਰਕ ਮਹਾਤਮਾ ਜੋਤੀ ਰਾਓ ਫੂਲੋ ਦੀ ਵਰ੍ਹੇਗੰਢ ਦੇ ਰੂਪ ਚ ਮਨਾਇਆ ਜਾਂਦਾ ਹੈ ਤੇ 27 ਅਕਤੂਬਰ ਤੋਂ ਪੁਣੇ ਤੋਂ ਸ਼ੁਰੂ ਹੋਈਆਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸਮਰਪਿਤ ਜਿਹੜੀਆਂ ਕਲਸ਼ ਯਾਤਰਾਵਾਂ ਨੇ ਉਹ 27 ਨਵੰਬਰ ਨੂੰ ਮੁੰਬਈ ਦੇ ਵਿੱਚ ਇਕੱਠੀਆਂ ਹੋਣਗੀਆਂ। ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਖਬਰ ਹੈ। ਕਿਸਾਨਾਂ ਦਾ ਹਮੇਸ਼ਾ ਇਲਜ਼ਾਮ ਲੱਗਦਾ ਰਿਹਾ ਹੈ ਕਿ ਪੁਲਿਸ ਹੈ ਜਿਹੜੀ ਉਹ ਆਸ਼ੀਸ਼ ਮਿਸ਼ਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜਾ ਕਿ ਮੁੱਖ ਮੁਲਜ਼ਮ ਹੈ। ਪਰ ਹੁਣ ਆਸ਼ੀਸ਼ ਮਿਸ਼ਰਾ ਨੂੰ ਵੱਡਾ ਝਟਕਾ ਲੱਗਿਆ ਹੈ। ਇਹਦੇ ਵਿੱਚ ਫੋਰੈਂਸਿਕ ਸਾਇੰਸ ਲੈਬੋਰੇਟਰੀ ਨੇ ਮੁਲਜ਼ਮ ਅੰਕਿਤ ਦਾਸ ਅਤੇ ਆਸ਼ੀਸ਼ ਮਿਸ਼ਰਾ ਦੀ ਲਾਇਸੈਂਸੀ ਬੰਦੂਕ ਤੋਂ ਗੋਲੀਆਂ ਚੱਲਣ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਸ ਕਤਲकांड ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਸੀ ਇਹਨਾਂ ਦੋਵਾਂ ਦੀ ਰਿਵਾਲਵਰ ਦੇ ਵਿੱਚੋਂ ਚੱਲੀਆਂ ਸੀ। 3 ਅਕਤੂਬਰ ਨੂੰ ਲਖੀਮਪੁਰ ਖੀਰੀ ਹਿੰਸਾ ਦੌਰਾਨ ਪੁਲਿਸ ਨੇ ਆਸ਼ੀਸ਼ ਮਿਸ਼ਰਾ ਤੇ ਅੰਕਿਤ ਦਾਸ ਦੇ ਲਾਇਸੈਂਸੀ ਹਥਿਆਰ ਜ਼ਬਤ ਕੀਤੇ ਸੀ। ਸਾਰੇ ਹਥਿਆਰਾਂ ਨੂੰ 15 ਅਕਤੂਬਰ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਸੀ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਦਿਨ ਪਹਿਲਾਂ ਸੁਣਵਾਈ ਹੋਈ ਹੈ ਤਾਂ ਸੁਪਰੀਮ ਕੋਰਟ ਨੇ ਵੀ ਝਾੜ ਪਾਈ ਸੀ ਕਿ ਹਾਲੇ ਤੱਕ ਤੁਸੀਂ ਲੈਬ ਦੀ ਜਾਂਚ ਰਿਪੋਰਟ ਤੱਕ ਨਹੀਂ ਸੌਂਪ ਸਕੇ। ਤਾਂ ਦੂਸਰੇ ਦਿਨ ਹੀ 9 ਨਵੰਬਰ ਨੂੰ ਇਹ ਜਿਹੜੀ ਜਾਂਚ ਰਿਪੋਰਟ ਹੈ ਉਹ ਆ ਗਈ ਹੈ। ਉਸ ਵਕਤ ਕਿਸਾਨਾਂ ਨੇ ਵੀ ਇਲਜ਼ਾਮ ਲਾਇਆ ਸੀ ਕਿ ਹਿੰਸਾ ਜਦੋਂ ਹੋਈ ਸੀ ਤਾਂ ਆਸ਼ੀਸ਼ ਮਿਸ਼ਰਾ ਤੇ ਅੰਕਿਤ ਨੇ ਕਈ ਰਾਉਂਡ ਫਾਇਰ ਕੀਤੇ ਸੀ ਪਰ ਕੋਈ ਵੀ ਮੰਨ ਨਹੀਂ ਰਿਹਾ ਸੀ। ਤੇ ਹਾਲੇ ਵੀ ਜੇ ਭਾਰਤ ਸਰਕਾਰ ਆਸ਼ੀਸ਼ ਮਿਸ਼ਰਾ ਦੇ ਪਿਓ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਟੇਨੀ ਮਿਸ਼ਰਾ ਨੂੰ ਬਰਖਾਸਤ ਨਹੀਂ ਕਰਦੀ ਗੱਦੀ ਤੋਂ ਜਾਂ ਫਿਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਜ਼ਾਹਿਰ ਤੌਰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਦਾ, ਖਾਸ ਕਰਕੇ ਕਿਸਾਨਾਂ ਦਾ ਨਿਆਂ ਤੋਂ ਹੋਰ ਵੀ ਯਕੀਨ ਉੱਠ ਜਾਊਗਾ। ਕਿਸਾਨਾਂ ਨੇ ਫੋਰੈਂਸਿਕ ਜਾਂਚ ਦੀ ਰਿਪੋਰਟ ਤੇ ਬਿਆਨ ਦਿੱਤਾ ਹੈ ਕਿ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਘਟਨਾ ਦੇ ਵਿੱਚ ਆਸ਼ੀਸ਼ ਮਿਸ਼ਰਾ ਟੇਨੀ ਤੇ ਉਸਦੇ ਸਹਿਯੋਗੀ ਦੀ ਬੰਦੂਕ ਤੋਂ ਹੀ ਗੋਲੀ ਚਲਾਈ ਗਈ ਸੀ ਤੇ ਜਿਹੜਾ ਮੰਤਰੀ ਹੈਗਾ ਉਹ ਹਾਲੇ ਤੱਕ ਆਪਣੀ ਗੱਦੀ ਤੇ ਬੈਠਿਆ ਤੇ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਬੈਠਕ ਤੋਂ ਬਾਅਦ ਸੂਬੇ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ ਐਤਵਾਰ ਨੂੰ ਤੇ ਸੋਮਵਾਰ ਨੂੰ ਹੀ ਪੈਟਰੋਲ ਪੰਪਾਂ ਤੇ ਲੋਕ ਉਲਝਦੇ ਹੋਏ ਦਿਖਾਈ ਦਿੱਤੇ। ਦਰਅਸਲ ਵੈਟ ਦੇ ਵਿੱਚ ਜਿਹੜੀ ਕਟੌਤੀ ਕੀਤੀ ਹੈ ਪੈਟਰੋਲ ਦੇ ਵਿੱਚ 10 ਰੁਪਏ ਦੀ ਕੀਤੀ ਗਈ ਹੈ ਤੇ ਡੀਜ਼ਲ ਦੇ ਵਿੱਚ 5 ਰੁਪਏ ਦੀ। ਤੇ ਹੁਣ ਲੋਕ ਕਹਿ ਰਹੇ ਨੇ ਕਿ ਪੈਟਰੋਲ 10 ਰੁਪਏ ਦੀ ਥਾਂ 8 ਰੁਪਏ 99 ਪੈਸੇ ਘੱਟ ਹੋਇਆ, ਡੀਜ਼ਲ 5 ਰੁਪਏ ਦੀ ਥਾਂ ਸਿਰਫ 4 ਰੁਪਏ 28 ਪੈਸੇ ਘੱਟ ਹੋਇਆ ਹੈ। ਇਸ ਕਰਕੇ ਪੈਟਰੋਲ ਪੰਪ ਤੇ ਤੇਲ ਪਵਾਉਣ ਆਏ ਲੋਕਾਂ ਦੀ ਪੈਟਰੋਲ ਪੰਪ ਦੇ ਕਰਿੰਦਿਆਂ ਦੇ ਨਾਲ ਬਹਿਸ ਹੁੰਦੀ ਕਈ ਥਾਵਾਂ ਤੇ ਦੇਖੀ ਗਈ। ਤੇ ਕੁਝ ਸਮੇਂ ਦੇ ਵਕਫੇ ਤੋਂ ਬਾਅਦ ਉਧਰ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਮੁੜ ਤੋਂ ਪੰਜਾਬ ਮਿਸ਼ਨ ਦਾ ਬਿਗਲ ਵਜਾ ਦਿੱਤਾ ਹੈ। ਇੱਕ ਦਿਨ ਪਹਿਲਾਂ ਪੰਜਾਬ ਪਹੁੰਚੇ ਸੀ ਗੁਰਨਾਮ ਸਿੰਘ ਚੜੂਨੀ, ਫਤਿਹਗੜ੍ਹ ਸਾਹਿਬ ਪਹੁੰਚੇ ਸੀ ਤੇ ਇੱਥੋਂ ਉਹਨਾਂ ਨੇ ਉਮੀਦਵਾਰ ਦਾ ਵੀ ਐਲਾਨ ਕਰ ਦਿੱਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣਾਂ ਨੇ ਜਿਹੜੀਆਂ ਉਹ ਲੜੀਆਂ ਜਾਣਗੀਆਂ ਤੇ ਇੱਥੋਂ ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ ਨੂੰ ਚੋਣਾਂ ਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ ਤੇ ਮਿਸ਼ਨ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ। ਚੜੂਨੀ ਨੇ ਕਿਹਾ ਕਿ ਬਾਕੀ ਹਲਕਿਆਂ ਦੇ ਵਿੱਚ ਵੀ ਸਾਫ਼ ਸੁਥਰੇ ਅਕਸ ਵਾਲੇ ਲੀਡਰਾਂ ਨੂੰ ਜਲਦੀ ਅਸੀਂ ਉਮੀਦਵਾਰ ਐਲਾਨਾਂਗੇ। ਹਾਲੇ ਪਾਰਟੀ ਦਾ ਨਾਮ ਤਾਂ ਤੈਅ ਨਹੀਂ ਕੀਤਾ ਗਿਆ ਪਰ ਬਹੁਤ ਜਲਦੀ ਚੋਣ ਕਮਿਸ਼ਨ ਦੇ ਕੋਲ ਪਾਰਟੀ ਦਾ ਨਾਮ ਮੋਹਰ ਲਗਵਾਉਣ ਦੇ ਲਈ ਭੇਜਿਆ ਜਾਵੇਗਾ। ਇਸ ਦਰਮਿਆਨ ਕਿਸਾਨ ਮੋਰਚੇ ਨੇ ਇਹ ਵੀ ਕਿਹਾ ਕਿ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਮਿਸ਼ਨ ਪੰਜਾਬ ਨੂੰ ਲੈ ਕੇ ਉਹਨਾਂ ਦੇ ਕੀ ਵਿਚਾਰ ਹੈਗੇ ਨੇ ਉਸ ਨੂੰ ਲੈ ਕੇ ਜਲਦੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਆਪਣਾ ਸਟੈਂਡ ਸਪਸ਼ਟ ਕਰਨਗੀਆਂ। 2022 ਜਿਹੜਾ ਮਿਸ਼ਨ ਪੰਜਾਬ ਜਿਹੜਾ ਹੈ ਉਸ ਤੋਂ ਉਹਦਾ ਮਤਲਬ ਹੈ ਕਿ ਵੀ ਪੰਜਾਬ ਦੇ ਵਿੱਚ ਕਿਸਾਨਾਂ ਦਾ, ਮਜ਼ਦੂਰਾਂ ਦਾ, ਆਮ ਜਨਮਾਨਸ ਦਾ ਰਾਜ ਲਿਆਓ। ਰਵਾਇਤੀ ਜਿਹੜੀ ਪਾਰਟੀਆਂ ਹੈ ਉਹਨਾਂ ਨੂੰ ਪੰਜਾਬ ਤੋਂ ਬਾਹਰ ਕਰੋ, ਉਹਨਾਂ ਨੂੰ ਸੱਤਾ ਤੋਂ ਬਾਹਰ ਕਰੋ ਕਿਉਂਕਿ ਸਾਡੀ ਅੱਜ ਜਿਹੜੀ ਹਾਲਤ ਦੇਸ਼ ਦੀ ਕੀਤੀ ਹੈ, ਅੱਜ ਦੇਸ਼ ਦਾ ਇਨਸਾਨ ਵੀ ਖਤਰੇ 'ਚ ਹੈ, ਦੇਸ਼ ਦੀ ਇਨਸਾਨੀਅਤ ਵੀ ਖਤਰੇ 'ਚ ਹੈ, ਦੇਸ਼ ਦਾ ਸੰਵਿਧਾਨ ਵੀ ਖਤਰੇ 'ਚ ਹੈ। ਜੇ ਆਪਣਾ ਰਾਜ ਲਿਆਉਣਗੇ, ਜਿਹਦੀ ਵੋਟ ਉਹਦਾ ਰਾਜ, ਜੇ ਆਪਣਾ ਰਾਜ ਲਿਆਉਣਗੇ ਤੇ ਫਿਰ ਉਹ ਕਾਨੂੰਨ ਬਣਾ ਸਕਦੇ ਨੇ ਜਿਹੜੇ ਜਾਂ ਪੈਸੇ ਦਾ ਮੂੰਹ ਜਿਹੜਾ ਉਤਲੇ ਲੋਕਾਂ ਵੱਲ ਜਾ ਰਿਹਾ ਉਹ ਵਾਪਸ ਥੱਲੇ ਲੋਕਾਂ ਦੀ ਆਮਦਨ ਵਧੇ।
ਸਰਬਜੀਤ ਮੱਖਣ ਜੀ ਨੂੰ ਅਸੀਂ ਇੱਥੋਂ ਅੱਗੇ ਲਾਤਾ ਤੇ ਪਾਰਟੀ ਰਜਿਸਟਰਡ ਹੋਣ ਤੋਂ ਬਾਅਦ ਵੀ ਇਹਨਾਂ ਨੂੰ ਹੀ ਅੱਗੇ ਲਾਵਾਂਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ 350 ਬੈੱਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਹੈ। ਚੰਨੀ ਨੇ ਇਸ ਹਸਪਤਾਲ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਸਿਵਲ ਹਸਪਤਾਲ ਰੱਖਣ ਦਾ ਐਲਾਨ ਕੀਤਾ। ਮੋਹਾਲੀ ਦੇ ਵਿੱਚ ਆਡੀਟੋਰੀਅਮ ਬਣਾਉਣ ਵਾਸਤੇ 10 ਕਰੋੜ ਭੇਜਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸਨੇਟਾ ਦੇ ਪ੍ਰਾਇਮਰੀ ਹੈਲਥ ਸੈਂਟਰ ਤੇ ਘੜੂਆਂ ਦੇ ਕਮਿਊਨਿਟੀ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਨ ਦਾ ਵੀ ਚੰਨੀ ਨੇ ਐਲਾਨ ਕਰ ਦਿੱਤਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀਆਂ ਤਾਰੀਫਾਂ ਦੇ ਪੂਰੇ ਪੁਲ ਬੰਨ੍ਹ ਦਿੱਤੇ। ਉਹਨਾਂ ਨੇ ਕਿਹਾ ਕਿ ਸਿੱਧੂ ਨੇ ਇਸ ਤੋਂ ਪਹਿਲਾਂ ਇੱਕ ਮੈਡੀਕਲ ਕਾਲਜ ਦੀ ਵੀ ਜਿਹੜੀ ਸਹੂਲਤ ਹੈ ਉਹ ਪੰਜਾਬ ਨੂੰ ਦਿੱਤੀ ਹੈ ਤੇ ਹੁਣ ਇੱਕ ਹਸਪਤਾਲ ਲੋਕਾਂ ਨੂੰ ਦਿੱਤਾ ਹੈ। ਮੋਹਾਲੀ ਹੈ ਜਿਹੜਾ ਉਹ ਸਿੱਧੂ ਕਰਕੇ ਹੀ ਚੰਗੀ ਤਰ੍ਹਾਂ ਵਿਕਸਿਤ ਹੋ ਰਿਹਾ ਹੈ ਕਿਉਂਕਿ ਇਸ ਇਲਾਕੇ ਨੂੰ ਵਧੀਆ ਲੀਡਰ ਮਿਲੇ ਨੇ। ਬਲਵੀਰ ਸਿੰਘ ਸਿੱਧੂ 15 ਸਾਲ ਵਿਧਾਇਕ ਰਹੇ ਨੇ। ਇਹਨਾਂ ਨੇ ਚੰਗੀ ਸੋਚ ਨਾਲ ਇਲਾਕੇ ਦਾ ਵਿਕਾਸ ਕੀਤਾ। ਕਹਿੰਦੇ ਮੈਂ ਤਾਂ ਸਿਰਫ ਨੀਂਹ ਪੱਥਰ ਰੱਖਣ ਆਇਆ, ਕੰਮ ਤਾਂ ਸਾਰਾ ਸਿੱਧੂ ਸਾਹਿਬ ਨੇ ਕੀਤਾ। ਸਿੱਧੂ ਦੀਆਂ ਤਾਰੀਫਾਂ ਦੇ ਵਿੱਚ ਸੀਐਮ ਚੰਨੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਿੱਧੂ ਮੰਤਰੀ ਹੀ ਨਹੀਂ ਬਲਕਿ ਮੁੱਖ ਮੰਤਰੀ ਨੇ। ਹਾਲਾਂਕਿ ਬਲਵੀਰ ਸਿੰਘ ਸਿੱਧੂ ਕੋਲ ਇਸ ਵਕਤ ਕੋਈ ਵੀ ਵਜ਼ੀਰੀ ਨਹੀਂ ਹੈ। ਕਹਿੰਦੇ ਬਲਵੀਰ ਸਿੱਧੂ ਦਾ ਵਿਰੋਧ ਵੀ ਬਹੁਤ ਤਕੜਾ ਹੈ ਪਰ ਇਹਨਾਂ ਦੇ ਪਿਆਰ ਦੇ ਵਿੱਚ ਵੀ ਬਹੁਤ ਨਿੱਘ ਹੈ। ਬਲਵੀਰ ਸਿੱਧੂ ਜੋ ਲਿਖਣਗੇ ਅਸੀਂ ਪਾਸ ਕਰਾਂਗੇ। ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਕਈ ਮੰਡੀਆਂ ਦੇ ਵਿੱਚ ਝੋਨਾ 9 ਨਵੰਬਰ ਤੋਂ ਖਰੀਦਣਾ ਬੰਦ ਕਰ ਦਿੱਤਾ ਹੈ। ਉਸ ਤੋਂ ਬਾਅਦ ਘਨੌਲੀ ਦੇ ਵਿੱਚ ਅਨਾਜ ਮੰਡੀਆਂ ਬੰਦ ਕਰਨ ਦੇ ਵਿਰੁੱਧ ਕਿਸਾਨਾਂ ਨੇ ਕੌਮੀ ਮਾਰਗ ਤੇ ਚੱਕਾ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ। ਕਿਸਾਨਾਂ ਨੇ ਸ਼ਿਕਵਾ ਕੀਤਾ ਕਿ ਬੇਮੌਸਮੀ ਮੀਂਹ ਤੇ ਗੜਿਆਂ ਕਾਰਨ ਝੋਨੇ ਦੀ ਫਸਲ ਦੀ ਕਟਾਈ ਹੈ ਜਿਹੜੀ ਪਹਿਲਾਂ ਹੀ ਪਛੜੀ ਹੋਈ ਹੈ। ਰੋਜ਼ਾਨਾ ਮੰਡੀਆਂ ਦੇ ਵਿੱਚ ਸੈਂਕੜੇ ਕੁਇੰਟਲ ਝੋਨਾ ਹਾਲੇ ਵੀ ਆ ਰਿਹਾ ਹੈ। ਇਸ ਦੇ ਬਾਵਜੂਦ ਚੰਨੀ ਸਰਕਾਰ ਨੇ ਇੰਨਾ ਸਖਤ ਫੈਸਲਾ, ਮਾਰੂ ਫੈਸਲਾ ਪਤਾ ਨਹੀਂ ਕਿਉਂ ਲਿਆ ਹੈ। ਝੋਨੇ ਦੀ ਖਰੀਦ ਕੁਝ ਮੰਡੀਆਂ ਦੇ ਵਿੱਚ ਬੰਦ ਕਿਉਂ ਕੀਤੀ ਗਈ ਹੈ? ਗੁਆਂਢੀ ਸੂਬੇ ਹਿਮਾਚਲ ਦੀਆਂ ਮੰਡੀਆਂ 30 ਨਵੰਬਰ ਤੱਕ ਖੁੱਲੀਆਂ ਨੇ। ਉੱਥੋਂ ਦੀ ਸਰਕਾਰ ਨੇ ਤਾਂ ਡੀਜ਼ਲ ਵੀ ਸਾਡੇ ਨਾਲੋਂ ਸਸਤਾ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਝੋਨੇ ਦੀ ਫਸਲ ਖਰੀਦਣ ਤੋਂ ਤਾਂ ਪਾਸਾ ਵੱਟਣ ਲੱਗੀ ਹੀ ਹੈ। ਨਾਲ ਹੀ ਸਾਨੂੰ ਕਹਿੰਦੇ ਹਿਮਾਚਲ ਦੇ ਨਾਲੋਂ ਮਹਿੰਗਾ ਡੀਜ਼ਲ ਹੈ ਜਿਹੜਾ ਉਹ ਖਰੀਦਣਾ ਪੈ ਰਿਹਾ ਹੈ। 20% ਦੀ ਫਸਲ ਤਾਂ ਹਾਲੇ ਲੋਕਾਂ ਦੀ ਖੇਤਾਂ ਦੇ ਵਿੱਚ ਹੀ ਖੜੀ ਹੈ। ਜਿਹੇ ਵਿੱਚ ਮੰਡੀਆਂ ਹੁਣ ਬੰਦ ਕਰ ਦਿੱਤੀਆਂ ਨੇ। ਕਈ ਜ਼ਿਲ੍ਹਿਆਂ ਦੇ ਵਿੱਚ 9 ਨਵੰਬਰ ਤੋਂ ਬੰਦ ਕਰਤੀਆਂ ਤੇ ਬਾਕੀਆਂ ਦੇ ਵਿੱਚ 11 ਨਵੰਬਰ ਨੂੰ ਬੰਦ ਹੋ ਜਾਣਗੀਆਂ। ਜਿਹੇ ਵਿੱਚ ਕਿਸਾਨ ਜਾਣਗੇ ਕਿੱਧਰ, ਕਰਨਗੇ ਕੀ? ਇਹ ਕਿਉਂ ਨਹੀਂ ਸੋਚਦੀ ਸਰਕਾਰ? ਜ਼ਰੂਰ ਸੋਚਣ ਦੀ ਲੋੜ ਹੈ। अन्नदाता ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਜੇ ਅਨਾਜ ਮੰਡੀਆਂ ਬੰਦ ਕਰਨ ਦੇ ਫੈਸਲੇ ਨੂੰ ਸਰਕਾਰ ਨੇ ਤੁਰੰਤ ਵਾਪਸ ਨਾ ਲਿਆ ਤਾਂ ਇਸ ਤੋਂ ਵੀ ਵੱਡੇ ਜਾਮ ਲਾਉਂਦੇ ਹੋਏ ਧਰਨੇ ਪ੍ਰਦਰਸ਼ਨ ਨੇ ਜਿਹੜੇ ਉਹ ਕੀਤੇ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨੇ ਕੱਸਣ ਵਾਲੇ ਸਿਰਫ ਨਵਜੋਤ ਸਿੰਘ ਸਿੱਧੂ ਹੀ ਨਹੀਂ, ਹੁਣ ਤਾਂ ਨਵਜੋਤ ਕੌਰ ਸਿੱਧੂ ਨੇ ਵੀ ਚੰਗੇ ਨਿਸ਼ਾਨੇ ਕੱਸੇ ਨੇ। ਪੰਜਾਬ ਸਰਕਾਰ ਤੇ ਨਿਸ਼ਾਨਾ ਕੱਸਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਖਿਲਾਫ ਬੋਲਣ ਵਾਲੇ ਵਿਧਾਇਕ ਹੁਣ ਕਿਉਂ ਚੁੱਪ ਨੇ? ਕੀ ਮੁੱਖ ਮੰਤਰੀ ਬਣਨ ਨਾਲ ਮੁੱਦੇ ਹੱਲ ਹੋ ਗਏ ਨੇ? ਵਿਧਾਇਕ ਹੁਣ ਕਿਉਂ ਨਹੀਂ ਆਵਾਜ਼ ਚੁੱਕਦੇ? ਸਿੱਧੂ ਹਾਲੇ ਵੀ ਮੁੱਦਿਆਂ ਤੇ ਕਾਇਮ ਨੇ। ਨਵਜੋਤ ਕੌਰ ਨੇ ਦਾਅਵਾ ਕੀਤਾ ਕਿ ਕਾਂਗਰਸੀ ਵਰਕਰ ਇਸ ਗੱਲ ਤੇ ਪੂਰੇ ਖੁਸ਼ ਨੇ ਕਿ ਕੋਈ ਤਾਂ ਬੇਅਦਬੀ ਤੇ ਨਸ਼ਿਆਂ ਵਰਗੇ ਮੁੱਦੇ ਚੁੱਕ ਰਿਹਾ ਹੈ। ਪੰਜਾਬ ਡਰੱਗਸ ਦੇ ਪਿੱਛੇ ਬਦਨਾਮ ਹੈ। ਡਰੱਗਸ ਦੇ ਮੁੱਦੇ ਤੇ ਰਿਪੋਰਟ ਆ ਚੁੱਕੀ ਹੈ ਪਰ ਉਹ ਰਿਪੋਰਟ ਖੋਲੀ ਨਹੀਂ ਜਾ ਰਹੀ। ਸਿੱਧੂ ਆਮ ਆਦਮੀ ਪਾਰਟੀ ਵਿੱਚ ਬਿਲਕੁਲ ਨਹੀਂ ਜਾਣਗੇ, ਦਾਅਵਾ ਕੀਤਾ ਹੈ ਨਵਜੋਤ ਕੌਰ ਸਿੱਧੂ ਨੇ। ਤੇ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਖਬਰਾਂ ਦਾ ਪੂਰੀ ਤਰ੍ਹਾਂ ਨਾਲ ਖੰਡਨ ਕੀਤਾ ਹੈ ਸਿੱਧੂ ਦੀ ਪਤਨੀ ਨੇ। ਕਾਂਗਰਸ ਦੇ ਕਲੇਸ਼ ਦੇ ਵਿੱਚ ਇੱਕ ਨਾਮ ਹੋਰ ਕੁੱਦ ਪਿਆ ਹੈ, ਫਤਿਹ ਜੰਗ ਸਿੰਘ ਬਾਜਵਾ ਦਾ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰਨਵੀਰ ਸਿੰਘ ਲਹਿਲ ਨੂੰ ਵਧੀਕ ਐਡਵੋਕੇਟ ਜਨਰਲ ਨਿਯੁਕਤ ਕਰਨ ਤੋਂ ਇੱਕ ਦਿਨ ਬਾਅਦ ਕਾਦੀਆਂ ਦੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਰੰਧਾਵਾ ਨੂੰ ਨੈਤਿਕ ਆਧਾਰ ਤੇ ਅਸਤੀਫਾ ਦੇਣ ਨੂੰ ਕਿਹਾ। ਕਹਿੰਦੇ ਮੇਰੇ ਵੇਲੇ ਰੌਲਾ ਪਾਉਣ ਵਾਲੇ ਰੰਧਾਵਾ ਹੁਣ ਖੁਦ ਨੈਤਿਕ ਤੌਰ ਤੇ ਅਸਤੀਫਾ ਦੇਣ। ਪਾਰਟੀ ਲੀਡਰ ਰਾਹੁਲ ਗਾਂਧੀ ਅਤੇ ਸੂਬੇ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦੇ ਜਵਾਈ ਨੂੰ ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਤੁਰੰਤ ਹਟਾਉਣ ਦੀ ਅਪੀਲ ਵੀ ਕੀਤੀ ਬਾਜਵਾ ਨੇ ਤੇ ਕਿਹਾ ਕਿ ਸਰਕਾਰ ਦੇ ਕਾਰਜਕਾਲ ਦਾ ਆਖਰੀ ਸਾਲ ਹੈ। ਚੋਣਾਂ ਮੌਕੇ ਪਾਰਟੀ ਲਈ ਲੋਕਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਵੇਗਾ। ਰੰਧਾਵਾ ਤੇ ਹੋਰ ਵਿਧਾਇਕਾਂ ਨੇ ਕਹਿੰਦੇ ਮੈਨੂੰ ਉਦੋਂ ਨਿਸ਼ਾਨਾ ਬਣਾਇਆ ਸੀ ਜਦੋਂ ਮੇਰੇ ਬੇਟੇ ਅਰਜੁਨ ਬਾਜਵਾ ਨੂੰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ। ਕਹਿੰਦੇ ਉਹਨਾਂ ਨੇ ਰੌਲਾ ਪਾਇਆ ਸੀ, ਇਸ ਨੂੰ ਭਾਈ ਭਤੀਜਾਵਾਦ ਕਰਾਰ ਦਿੱਤਾ ਸੀ। ਹੁਣ ਇਹ ਖੁਦ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣ। ਤਰਨਤਾਰਨ ਤੋਂ ਖਬਰ ਹੈ ਜਿੱਥੋਂ ਦੇ ਸਰਹੱਦੀ ਥਾਣਾ ਖਾਲੜਾ ਦੇ ਪਿੰਡ ਮਾੜੀ ਮੇਗਾ ਦੇ ਸਾਬਕਾ ਸਰਪੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਲੀਡਰ ਗੁਰਸੇਵਕ ਸਿੰਘ ਬੱਬੂ ਮਾੜੀ ਮੇਗਾ ਦੇ ਭਰਾ ਜੈਮਲ ਸਿੰਘ ਨੇ ਪਤਨੀ ਹਰਜੀਤ ਕੌਰ ਨੂੰ ਗੋਲੀ ਮਾਰ ਕੇ ਆਪ ਵੀ ਖੁਦਕੁਸ਼ੀ ਕਰ ਲਈ ਹੈ। ਯਾਨੀ ਕਿ ਅਕਾਲੀ ਲੀਡਰ ਦੇ ਭਰਾ ਨੇ ਪਤਨੀ ਨੂੰ ਮਾਰ ਕੇ ਖੁਦਕੁਸ਼ੀ ਕੀਤੀ ਹੈ। ਗੋਲੀ ਲੱਗਣ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਜੈਮਲ ਸਿੰਘ ਨੂੰ ਭਿੱਖੀਵਿੰਡ ਦੇ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਤਨੀ ਹਰਜੀਤ ਕੌਰ ਨੂੰ ਵੀ
ਰੈਫਰ ਕੀਤਾ ਸੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ, ਪਰ ਉਸ ਦੀ ਵੀ ਮੌਤ ਹੋ ਗਈ। ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜੈਮਲ ਸਿੰਘ ਪਰੇਸ਼ਾਨ ਰਹਿੰਦਾ ਸੀ, ਇਲਾਜ ਵੀ ਚੱਲ ਰਿਹਾ ਸੀ, ਪਰ ਤੜਕੇ 8 ਵਜੇ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ, ਆਪਣੇ ਆਪ ਨੂੰ ਤੇ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ। ਪੁਲਿਸ ਜਾਂਚ ਕਰ ਰਹੀ ਹੈ। ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਦੇ ਵਿੱਚ ਫਿਰ ਪ੍ਰੈਸ ਕਾਨਫਰੰਸ ਕੀਤੀ ਅਤੇ ਜਿਹੜਾ ਸੈਸ਼ਨ ਸੱਦਿਆ ਗਿਆ ਹੈ, ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ, ਉਸ ਤੇ ਨਿਸ਼ਾਨਾ ਸਾਧਿਆ। ਕਹਿੰਦੇ ਇਸ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਨੇ ਸੈਸ਼ਨ ਦੇ ਉੱਤੇ, ਪਰ ਇਸ ਦੀ ਪ੍ਰਾਪਤੀ ਜ਼ੀਰੋ ਹੈ। ਪੰਜਾਬ ਦੇ ਲੋਕ ਇਹ ਸਮਝ ਜਾਣ ਕਿ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ। ਇਹ ਇਲੈਕਸ਼ਨ ਨੂੰ ਸਮਰਪਿਤ ਇੱਕ ਜੁਮਲਾ ਹੈ। ਇਸ ਸੈਸ਼ਨ ਤੋਂ ਪੰਜਾਬ ਦੇ ਲੋਕ ਕੋਈ ਵੀ ਆਸ ਨਾ ਰੱਖਣ। ਬਿਕਰਮ ਸਿੰਘ ਮਜੀਠੀਆ ਨੇ BSF ਦੇ ਮੁੱਦੇ ਤੇ ਜਾਂ ਫਿਰ PPA ਜਿਹੜੇ ਬਿਜਲੀ ਸਮਝੌਤੇ ਨੇ ਉਹਨਾਂ ਨੂੰ ਰੱਦ ਕਰਨ ਦੇ ਮੁੱਦੇ ਤੇ ਚੰਨੀ ਸਰਕਾਰ ਨੂੰ ਖਾਸਾ ਘੇਰਿਆ ਹੈ। ਮੰਡੀਆਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਨੇ, ਝੋਨੇ ਦੀ ਖਰੀਦ ਵਾਲੀਆਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਮੰਡੀਆਂ ਬੰਦ ਕੀਤੀਆਂ ਗਈਆਂ ਨੇ, ਉਹਨਾਂ ਤੇ ਵੀ ਚੰਨੀ ਸਰਕਾਰ ਤੇ ਖਾਸੇ ਨਿਸ਼ਾਨੇ ਸਾਧੇ ਨੇ ਤੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਦੀ ਨਿਯੁਕਤੀ ਦੇ ਉੱਤੇ ਵੀ ਬਿਕਰਮ ਮਜੀਠੀਆ ਨੇ ਕਿਹਾ ਕਿ ਸੁੱਖੀ ਦਾ ਜਵਾਈ ਕਿਹੜਾ ਨੰਗਾ ਭੁੱਖ ਹੈ, ਉਹਦੇ ਕੋਲ ਵੀ ਕਰੋੜਾਂ ਦੀ ਗੱਡੀ ਹੈ, 16 ਸਾਲ ਦੀ ਪ੍ਰੈਕਟਿਸ ਵਾਲਾ ਹੀ AG ਲੱਗ ਸਕਦਾ ਹੈ, ਜਦ ਕਿ ਇਹ ਅਯੋਗ ਹੈ ਜਿਹੜਾ AG ਉਹ ਲਾ ਦਿੱਤਾ ਗਿਆ। ਨਕਲੀ DAP ਵਿਕ ਰਿਹਾ ਹੈ ਤੇ ਨਾਲ ਹੀ ਚੈਲੰਜ ਕੀਤਾ ਇੱਕ ਮਜੀਠੀਆ ਨੇ ਕਿ ਮੈਂ ਚੈਲੰਜ ਕਰਦਾ ਫੂਡ ਐਂਡ ਸਿਵਲ ਸਪਲਾਈ ਚੋਂ 5000 ਕਰੋੜ ਦਾ ਘਪਲਾ ਨਿਕਲੂਗਾ, ਗਰੀਬਾਂ ਦੀ ਕਣਕ, ਸ਼ੈਲਰਾਂ ਤੇ ਹੇਰਾਫੇਰੀ ਦਾ ਗਲਤ ਬਿੱਲ ਬਣਾਉਣ ਦਾ ਖੁਲਾਸਾ ਹੋਵੇਗਾ। ਮਦਨ ਲਾਲ ਜਲਾਲਪੁਰ ਦਾ ਭਾਣਜਾ ਕੋਠੀ ਵੇਚ ਗਿਆ, ਹਾਲੇ ਤੱਕ ਨਹੀਂ ਲੱਭਿਆ। ਨਵਜੋਤ ਸਿੰਘ ਸਿੱਧੂ ਤੇ ਵੀ ਰਗੜੇ ਲਾ ਗਏ ਬਿਕਰਮ ਮਜੀਠੀਆ। ਕਹਿੰਦੇ ਸਿੱਧੂ ਨੇ ਪੰਜੇ ਨਾਲ ਨਹੀਂ ਰਹਿਣਾ, ਝਾੜੂ ਦੇ ਨੇੜੇ ਤੇੜੇ ਹੀ ਰਹੇਗਾ। ਜਿੱਥੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾਵਾ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਵਿੱਚ ਨਹੀਂ ਜਾਣਗੇ, ਉੱਥੇ ਮਜੀਠੀਆ ਦਾਵਾ ਕਰ ਰਹੇ ਨੇ ਕਿ ਇਹ ਪੰਜੇ ਦੇ ਨਾਲ ਯਾਨੀ ਕਿ ਕਾਂਗਰਸ ਦੇ ਨਾਲ ਨਹੀਂ ਰਹਿਣਗੇ। ਤੇ ਨਾਲ ਹੀ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਬਿਆਨ ਹੁੰਦੇ ਨੇ, ਕਹਿੰਦੇ ਸਿੱਧੂ ਤਾਂ ਰਾਧੇ ਮਾਂ ਦਾ ਆਸਾਰਾਮ ਜਾਂ ਫਿਰ ਰਾਮ ਰਹੀਮ ਦਾ ਡਾਕੀਆ ਹੈ, ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਸਿੱਧੂ ਤੇ ਮਜੀਠੀਆ ਨੇ ਲਾਇਆ। ਉਹ ਆਪਣੇ MLA ਸਾਹਿਬ ਨੇ ਫਤਿਹ ਜੰਗ ਬਾਜਵਾ ਦੀ ਮੁੰਡਾ ਲੱਗਿਆ ਸੀਗਾ ਇੰਸਪੈਕਟਰ, ਇਹਨਾਂ ਚੋਂ ਇੱਕ ਨੇ ਕਿਹਾ ਸੀਗਾ ਉਹਦੇ ਕੋਲ ਤਾਂ 4 ਕਰੋੜ ਦੀ ਗੱਡੀ ਆ ਤੇ ਹੁਣ ਉਹ ਥਾਣੇ 'ਚ 4 ਕਰੋੜ ਦੀ ਤੇ ਹੈ ਤਾਂ ਇਹਦੇ ਕੋਲ ਵੀ 3-4 ਕਰੋੜ ਦੀ ਗੱਡੀ। ਹਾਂ, ਆ ਗੱਡੀ ਇਹਦੇ ਕੋਲ ਵੀ, ਸੁੱਖੀ ਦੇ ਜਵਾਈ ਕੋਲ ਵੀ ਆ। ਇਹ ਨਹੀਂ ਕਿ ਨਹੀਂ ਆ, ਇਹ ਕਿਹੜਾ ਉਹ ਨੰਗ ਹੈ। ਇਸ ਲਈ ਮੈਰਿਟ ਤੇ ਕੁਝ ਨਹੀਂ ਹੋਇਆ। ਓਏ ਚਿਹਰਾ ਲੱਭ ਗਿਆ ਇਹਨਾਂ ਨੂੰ, ਚਿਹਰਾ ਲੱਭ ਗਿਆ, ਠੋਕੋ ਤਾਲੀ ਆ। ਇਹਨੇ ਨਹੀਂ ਟਿਕਣਾ ਇੱਥੇ, ਮੈਂ ਤੁਹਾਨੂੰ ਦੱਸ ਦਿੰਦਾ, ਇਹਨੇ ਨਹੀਂ ਰਹਿਣਾ ਇੱਥੇ, ਇਹ ਪੰਜੇ ਨਾਲ ਨਹੀਂ ਰਹਿੰਦਾ ਹੈ। ਪਤਾ ਨਹੀਂ ਝਾੜੂ ਦੇ ਸਿਰ ਤੇ ਹੋਊਗਾ ਜਾਂ ਇਹ ਝਾੜੂ ਥੱਲੇ ਹੋਊਗਾ ਜਾਂ ਇਹ ਝਾੜੂ ਤੇ ਹੋਊਗਾ, ਉਹ ਕਿਤੇ ਝਾੜੂ ਦੇ ਆਲੇ ਦੁਆਲੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਖਿਲਾਫ ਚੱਲ ਰਹੇ ਕੇਸਾਂ ਦੀ ਜਾਣਕਾਰੀ ਮੰਗੀ ਹੈ। ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਹੋਈ, ਜਿਸ ਵਿੱਚ ਪੰਜਾਬ ਸਰਕਾਰ ਨੇ ਦੱਸਿਆ ਕਿ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਜਾਂ ਵਿਧਾਇਕਾਂ ਦੇ ਖਿਲਾਫ ਅਦਾਲਤਾਂ ਦੇ ਵਿੱਚ 53 ਕੇਸ ਪੈਂਡਿੰਗ ਨੇ। ਇਹਨਾਂ ਵਿੱਚ 29 ਕੇਸਾਂ ਦੀ ਜਾਂਚ ਚੱਲ ਰਹੀ ਹੈ। 14 ਕੇਸਾਂ ਦੇ ਵਿੱਚ ਅਣਪਛਾਤੇ ਜਾਂ ਫਿਰ ਰੱਦ ਕਰਨ ਦੀਆਂ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਨੇ। ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਇਹ ਜਾਣਕਾਰੀ ਦਿੱਤੀ। ਚੰਨੀ ਸਰਕਾਰ ਆਉਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਪਹਿਲਾਂ ਇਹ ਹੁਕਮ ਚਾੜਿਆ ਸੀ ਕਿ ਸਾਰੇ ਜਿਹੜੇ ਸਰਕਾਰੀ ਮੁਲਾਜ਼ਮ ਨੇ, ਅਧਿਕਾਰੀ ਨੇ, ਉਹ ਆਪਣੇ ਟਾਈਮ ਤੇ ਆਪਣੇ ਦਫ਼ਤਰਾਂ ਵਿੱਚ ਪਹੁੰਚਣੇ ਚਾਹੀਦੇ ਨੇ, ਕੋਈ ਅਫਸਰ ਫਰਲੋ ਤੇ ਨਹੀਂ ਹੋਣਾ ਚਾਹੀਦਾ। ਤੇ ਹੁਣ ਸਮੇਂ-ਸਮੇਂ ਤੇ ਛਾਪੇਮਾਰੀ ਹੈ ਜਿਹੜੀ ਉਹ ਹੁੰਦੀ ਰਹਿੰਦੀ ਹੈ। ਵੱਖ-ਵੱਖ ਵਿਭਾਗਾਂ ਦੇ ਮੰਤਰੀਆਂ ਵੱਲੋਂ ਆਪੋ ਆਪਣੇ ਵਿਭਾਗਾਂ ਦੇ ਨਾਲ ਸੰਬੰਧਿਤ ਦਫ਼ਤਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਦਫ਼ਤਰਾਂ ਦਾ ਕੰਮ ਸਹੀ ਢੰਗ ਨਾਲ ਹੋ ਸਕੇ। ਹੁਣ ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ ਸੰਗਤ ਸਿੰਘ ਗਿੱਲ ਜੀਆਂ ਨੇ ਮੁਹਾਲੀ ਦੇ ਵਣ ਭਵਨ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਤਾਂ 25 ਮੁਲਾਜ਼ਮ ਫਰਲੋ ਤੇ ਮਿਲੇ, ਯਾਨੀ ਕਿ ਇੱਥੇ ਦਫ਼ਤਰ ਦੇ ਵਿੱਚ 25 ਮੁਲਾਜ਼ਮ ਹਾਜ਼ਰ ਹੀ ਨਹੀਂ ਸਨ ਤੇ ਇਹਨਾਂ ਨੂੰ ਤਾੜਨਾ ਕੀਤੀ ਗਈ ਹੈ, ਵਾਰਨਿੰਗ ਦੇ ਕੇ ਤਾੜਨਾ ਕੀਤੀ ਗਈ ਹੈ ਸਮੇਂ ਸਿਰ ਪਹੁੰਚਣ ਦੀ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਲੀਡਰ ਅਮਨ ਅਰੋੜਾ ਨੇ ਸੂਬੇ ਦੇ ਕਿਸਾਨਾਂ ਤੇ ਖੇਤੀਬਾੜੀ ਸੁਸਾਇਟੀਆਂ ਨੂੰ ਸਬਸਿਡੀ ਆਧਾਰਿਤ ਖੇਤੀਬਾੜੀ ਮਸ਼ੀਨ ਖਰੀਦਣ ਦੇ ਲਈ ਸਮੇਂ ਸਿਰ ਰਕਮ ਨਾ ਪੁੱਜਦੀ ਕਰਨ ਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖੀ ਹੈ ਅਤੇ ਕਿਸਾਨਾਂ ਨੂੰ ਮਸ਼ੀਨਰੀ ਖਰੀਦਣ ਦੇ ਲਈ ਤੁਰੰਤ ਰਕਮ ਤੇ ਬਕਾਇਆ ਸਬਸਿਡੀ ਜਾਰੀ ਕਰਨ ਦੀ ਮੰਗ ਕੀਤੀ ਹੈ। ਸੰਗਰੂਰ ਦੇ ਵਿੱਚ ਗਵਰਨਮੈਂਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ਤੇ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਪੈਨਸ਼ਨਰਾਂ ਨੇ ਡੀਸੀ ਦਫ਼ਤਰ ਦੇ ਮੂਹਰੇ ਘੜੇ ਰੱਖ ਕੇ ਦੀਵੇ ਬਾਲ ਕੇ ਪੰਜਾਬ ਸਰਕਾਰ ਨੂੰ ਦਿਵਾਲੀਆ ਕਰਾਰ ਦਿੰਦਿਆਂ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ। ਪੈਨਸ਼ਨਰਾਂ ਨੇ ਘੜਾ, ਦੀਵਾ ਤੇ ਖਾਲੀ ਪੀਪਾ ਚੁੱਕ ਕੇ ਸਰਕਾਰ ਵਿਰੁੱਧ ਰੋਸ ਮਾਰਚ ਕੱਢਿਆ ਤੇ ਪਿੱਟ ਸਿਆਪਾ ਕੀਤਾ। ਅਮਰੀਕਾ ਤੋਂ ਚੰਗੀ ਖਬਰ ਹੈ, ਸਿੱਖ ਭਾਈਚਾਰੇ ਨੂੰ ਇਸ ਖਬਰ ਸੁਣਨ ਤੋਂ ਬਾਅਦ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਪ੍ਰਵਾਸੀ ਪੰਜਾਬੀ ਨੇ ਜਿਹੜੇ ਹੈਗੇ ਜਲੰਧਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ, ਸਵਰਨਜੀਤ ਸਿੰਘ ਖਾਲਸਾ, ਉਹਨਾਂ ਨੂੰ ਅਮਰੀਕਾ ਦਾ ਪਹਿਲਾ ਸਿੱਖ ਕਾਉਂਸਲਰ ਬਣਨ ਦਾ ਮਾਣ ਹਾਸਲ ਹੋਇਆ। ਅਮਰੀਕਾ ਦੇ ਸ਼ਹਿਰ ਨਾਰਵਿਚ ਦੇ ਕਨੈਟਿਕਟ ਦੇ ਵਿੱਚ ਸਿਟੀ ਕਾਉਂਸਲਰ ਦੇ ਲਈ ਚੁਣੇ ਗਏ ਨੇ।
ਯਾਨੀ ਕਿ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕਾ ਦੇ ਵਿੱਚ ਪਹਿਲਾ ਸਿੱਖ ਕੌਂਸਲਰ ਬਣ ਕੇ ਸਿੱਖ ਕੌਮ ਦੀ ਸ਼ਾਨ ਵਧਾ ਦਿੱਤੀ ਹੈ। ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਸਰਦਾਰ ਖਾਲਸਾ 7 ਦਸੰਬਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਅਮਰੀਕਾ ਦੀ ਧਰਤੀ ਤੇ ਸਵਰਨਜੀਤ ਸਿੰਘ ਖਾਲਸਾ ਨੇ ਨਵਾਂ ਇਤਿਹਾਸ ਰਚਿਆ। ਸਿਟੀ ਕੌਂਸਲਰ ਦੇ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਨੇ। ਉਹਨਾਂ ਦੇ ਦਾਦਾ ਜੀ ਲੰਬਾ ਸਮਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ। ਪਿਤਾ ਸਰਦਾਰ ਪਰਮਿੰਦਰਪਾਲ ਸਿੰਘ ਖਾਲਸਾ ਦਾ ਨਾਮ ਹੈ ਜਿਹੜਾ ਉੱਘੇ ਸਮਾਜ ਸੇਵੀਆਂ ਦੇ ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਨੇ ਚੋਣ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਲੜੀ ਸੀ। ਜਿੱਤਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸੰਗਤਾਂ ਦੇ ਵਿੱਚ ਸੇਵਾਦਾਰ ਵਜੋਂ ਵਿਚਰਦੇ ਆਏ ਨੇ ਤੇ ਉਹਨਾਂ ਦੀ ਇੱਛਾ ਵੀ ਭਵਿੱਖ ਦੇ ਵਿੱਚ ਸੇਵਾ ਕਰਨ ਦੀ ਹੈ। ਅਮਰੀਕਾ ਦੇ ਵਿੱਚ 9 ਨਵੰਬਰ ਨੂੰ ਹੋਏ ਹਮਲੇ ਤੋਂ ਬਾਅਦ ਕਈ ਥਾਈਂ ਸਿੱਖ ਨਸਲੀ ਹਮਲਿਆਂ ਦਾ ਸ਼ਿਕਾਰ ਹੁੰਦੇ ਰਹੇ ਨੇ। ਗੋਰੇ ਸਿੱਖਾਂ ਨੂੰ ਵੀ ਤਾਲਿਬਾਨੀ ਸਮਝ ਕੇ ਘੇਰਦੇ ਰਹੇ ਨੇ, ਪਰ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕੀਆਂ ਨੂੰ ਸਿੱਖਾਂ ਦੀ ਵੱਖਰੀ ਪਛਾਣ ਦੇ ਬਾਰੇ ਜਾਗਰੂਕ ਕੀਤਾ। ਸਮੇਂ-ਸਮੇਂ ਤੇ ਉਹ ਬਹੁਤ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ। ਸਿੱਖਾਂ ਦੇ ਵੱਖਰੇ ਪਹਿਰਾਵੇ ਤੇ ਸਿੱਖ ਧਰਮ ਦੀ ਪਰਿਭਾਸ਼ਾ ਵੀ ਦੱਸੀ। ਸਿੱਖ ਕੋਲੀਸ਼ਨ ਐਡਵੋਕੇਸੀ ਗਰੁੱਪ ਮੁਤਾਬਿਕ ਅਮਰੀਕਾ ਦੇ ਵਿੱਚ ਇਸ ਵਕਤ ਵਸਦੇ ਸਿੱਖਾਂ ਦੀ ਗਿਣਤੀ 5 ਲੱਖ ਦੇ ਕਰੀਬ ਹੈ। ਸਿੱਖਾਂ ਦੇ ਹਰਮਨ ਪਿਆਰੇ ਨੌਜਵਾਨ ਸਵਰਨਜੀਤ ਸਿੰਘ ਖਾਲਸਾ ਨੇ ਕੌਂਸਲਰ ਦੀ ਚੋਣ ਜਿੱਤ ਕੇ ਸਿੱਖਾਂ ਦਾ ਸਿਰ ਹੈ ਜਿਹੜਾ ਉਹ ਮਾਣ ਨਾਲ ਉੱਚਾ ਕਰ ਦਿੱਤਾ ਹੈ। ਭਾਰਤ ਵਿੱਚ ਬਣੇ ਕੋਵੈਕਸਿਨ ਕੋਰੋਨਾ ਵੈਕਸੀਨ ਦੇ ਟੀਕੇ ਦੇ ਨਾਲ ਜੁੜੀ ਖਬਰ ਹੈ ਕਿ ਬਰਤਾਨੀਆ ਦੀ ਸਰਕਾਰ ਭਾਰਤ ਦੇ ਕੋਵੈਕਸਿਨ ਟੀਕੇ ਨੂੰ 22 ਨਵੰਬਰ ਨੂੰ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਪ੍ਰਵਾਨਿਤ ਐਂਟੀ ਕੋਵਿਡ-19 ਟੀਕਿਆਂ ਦੀ ਸੂਚੀ ਵਿੱਚ ਸ਼ਾਮਿਲ ਕਰੇਗੀ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਬਾਇਓਟੈਕ ਵੱਲੋਂ ਤਿਆਰ ਕੋਵੈਕਸਿਨ ਦੀਆਂ ਦੋਵੇਂ ਖੁਰਾਕਾਂ ਲਈਆਂ ਨੇ ਉਹਨਾਂ ਨੂੰ ਬਰਤਾਨੀਆ ਜਾਣ ਤੋਂ ਬਾਅਦ ਇਕਾਂਤਵਾਸ ਦੀ ਲੋੜ ਨਹੀਂ ਪਵੇਗੀ। ਅਮਰੀਕੀ ਸੰਸਦ ਭਵਨ ਦੇ ਵਿੱਚ 6 ਜਨਵਰੀ ਨੂੰ ਹਿੰਸਾ ਹੋਈ ਸੀ ਜਿਹੜੀ ਉਸ ਦੀ ਜਾਂਚ ਕਰ ਰਹੀ ਹਾਊਸ ਕਮੇਟੀ ਨੇ ਆਪਣੀ ਜਾਂਚ ਦਾ ਘੇਰਾ ਵਧਾਉਂਦੇ ਹੋਏ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ 6 ਹੋਰ ਸਹਿਯੋਗੀਆਂ ਨੂੰ ਸੰਮਨ ਜਾਰੀ ਕੀਤੇ ਨੇ। ਇਹ ਟਰੰਪ ਦੇ ਸਹਿਯੋਗੀ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਹਨਾਂ ਦੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਦੇ ਵਿੱਚ ਸ਼ਾਮਲ ਸਨ। ਬੀਜੇਪੀ ਦੇ ਕਈ ਵਿਧਾਇਕ ਤੇ ਮੰਤਰੀ ਨੇ ਜਿਹੜੇ ਜਾਂ ਕਹਿ ਲਈਏ ਕਿ ਲੀਡਰ ਹੈਗੇ ਨੇ ਸਮੇਂ-ਸਮੇਂ ਤੇ ਬੜੇ ਹੀ ਅਜੀਬੋ-ਗਰੀਬ ਤੇ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਨੇ ਤੇ ਹੁਣ ਜਿਹੜਾ ਸਾਹਮਣੇ ਆਇਆ ਹੈ ਬਿਆਨ ਉਹ ਭਾਰਤੀ ਜਨਤਾ ਪਾਰਟੀ ਦੇ ਮਹਾਸਕੱਤਰ ਤੇ ਮੱਧ ਪ੍ਰਦੇਸ਼ ਦੇ ਇੰਚਾਰਜ ਪੀ ਮੁਰਲੀਧਰ ਰਾਓ ਦਾ ਹੈ। ਰਾਓ ਕਹਿੰਦੇ ਨੇ ਕਿ ਮੇਰੀ ਇੱਕ ਜੇਬ ਦੇ ਵਿੱਚ ਬਾਹਮਣ ਹੈ, ਦੂਜੀ ਦੇ ਵਿੱਚ ਬਾਣੀਆਂ। ਇਹ ਬਿਆਨ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ। ਇਸ ਬਿਆਨ ਦੇ ਉੱਤੇ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਮਾਫੀ ਮੰਗਣ ਲਈ ਕਿਹਾ ਹੈ, ਪਰ ਲੀਡਰ ਦਾ ਕਹਿਣਾ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਕਾਂਗਰਸ ਦੇ ਲੀਡਰ ਕਮਲਨਾਥ ਨੇ ਵੀ ਕਿਹਾ ਕਿ ਉਹ ਬਾਹਮਣ ਤੇ ਬਾਣੀਆਂ ਸਮਾਜ ਤੋਂ ਮਾਫੀ ਮੰਗੇ। ਦਰਅਸਲ ਹੋਇਆ ਇਹ ਸੀ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਬੀਜੇਪੀ ਨੂੰ ਬਾਹਮਣ ਬਾਣੀਆਂ ਪਾਰਟੀ ਕਿਹਾ ਜਾਂਦਾ ਹੈ ਤੇ ਉਹ ਐਸਸੀ ਤੇ ਐਸਟੀ ਉੱਤੇ ਖਾਸ ਧਿਆਨ ਦੇਣ ਦੀ ਗੱਲ ਕਹਿ ਰਹੀ ਹੈ, ਜਦਕਿ ਪਾਰਟੀ ਦੇ ਨਾਅਰੇ ਸਬਕਾ ਸਾਥ ਸਬਕਾ ਵਿਕਾਸ ਤੇ ਹੋਣੀ ਚਾਹੀਦੀ ਹੈ। ਕਿੰਨਾ ਵਿਕਾਸ ਹੋਇਆ ਇਹ ਪਾਰਟੀ ਨੂੰ ਸੋਚਣਾ ਚਾਹੀਦਾ ਹੈ। ਇਸ ਤੇ ਮੰਤਰੀ ਇਸ ਲੀਡਰ ਨੇ ਜਵਾਬ ਦਿੱਤਾ, ਆਪਣੇ ਕੁੜਤੇ ਦੀ ਜੇਬ ਵੱਲ ਇਸ਼ਾਰਾ ਕਰਕੇ ਜਵਾਬ ਦਿੱਤਾ ਕਿ ਬਾਹਮਣ ਤੇ ਬਾਣੀਆਂ ਮੇਰੀ ਜੇਬ 'ਚ ਨੇ। ਤੁਸੀਂ ਸਾਨੂੰ ਬਾਹਮਣ ਤੇ ਬਾਣੀਆਂ ਦੀ ਪਾਰਟੀ ਕਹਿ ਰਹੇ ਹੋ, ਜਦਕਿ ਸਾਡੇ ਜ਼ਿਆਦਾਤਰ ਵਰਕਰ ਤੇ ਵੋਟ ਬੈਂਕ ਇਹੀ ਤਬਕਾ ਹੈ। ਬੀਜੇਪੀ ਸਮਾਜ ਦੇ ਸਾਰੇ ਵਰਗਾਂ ਲਈ ਕੰਮ ਕਰ ਰਹੀ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।